ਹਾਂਜੀ ਬੇਟਾ, ਅੱਜ ਤੁਹਾਨੂੰ ਕਰਾ ਰਹੇ ਹਾਂ ਸਾਹ ਕਿਰਿਆ ਜਾਂ ਜਿਸ ਨੂੰ ਕਹਿੰਦੇ ਆ ਰੈਸਪੀਰੇਸ਼ਨ। ਰੈਸਪੀਰੇਸ਼ਨ ਕਿਆ ਹੁੰਦੀ ਹੈ? ਸਾਹ ਕਿਰਿਆ ਜੋ ਅਸੀਂ ਭੋਜਨ ਖਾਂਦੇ ਹਾਂ ਉਹ ਬਲੱਡ ਰਾਹੀਂ ਸੈੱਲਾਂ 'ਚ ਜਾਂਦਾ ਹੈ। ਸੈੱਲਾਂ ਤੋਂ ਮਾਈਟੋਕੌਂਡਰੀਆ 'ਚ ਜਾ ਕੇ ਉਹਦੀ ਬਰਨਿੰਗ ਹੁੰਦੀ ਹੈ, ਕੰਬਸਸ਼ਨ ਹੁੰਦੀ ਹੈ। ਤਾਂ ਮਾਈਟੋਕੌਂਡਰੀਆ ਦੇ ਵਿੱਚ ਜਿਹੜੀ ਤੁਹਾਡੀ ਗਲੂਕੋਜ਼ ਹੈ ਉਹ ਆਕਸੀਜਨ ਦੇ ਨਾਲ ਬਰਨ ਕਰਕੇ ਕਾਰਬਨ ਡਾਈਆਕਸਾਈਡ, ਵਾਟਰ ਅਤੇ ਐਨਰਜੀ ਪ੍ਰੋਡਿਊਸ ਕਰੇਗੀ। ਇਹ ਵਾਲੀ ਕਿਰਿਆ ਐਕਚੁਅਲ 'ਚ ਕਿੱਥੇ ਹੁੰਦੀ ਹੈ? ਸੈੱਲਾਂ ਦੇ ਵਿੱਚ, ਮਾਈਟੋਕੌਂਡਰੀਆ ਦੇ ਵਿੱਚ। ਤਾਂ ਇਹਨੂੰ ਇੰਟਰਨਲ ਸਾਹ ਕਿਰਿਆ ਕਹਿੰਦੇ ਆ, ਇੰਟਰਨਲ ਰੈਸਪੀਰੇਸ਼ਨ ਕਹਿੰਦੇ ਆ, ਰੈਸਪੀਰੇਸ਼ਨ। ਤਾਂ ਇੱਥੇ ਤੱਕ ਪਹੁੰਚਣ ਤੋਂ ਪਹਿਲਾਂ ਸਾਨੂੰ ਬਾਹਰੀ ਸਾਹ ਕਿਰਿਆ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਸਾਹ ਕਿਵੇਂ ਲੈਂਦੇ ਹਾਂ, ਰਿਸਪਾਇਰ ਕਿਵੇਂ ਕਰਦੇ ਹੈਗੇ ਹਾਂ, ਸਾਡੇ ਕਿਹੜੇ ਔਰਗਨਸ ਹੈਗੇ ਆ ਜਿਹੜੇ ਸਾਹ ਲੈਣ 'ਚ ਸਾਡੀ ਸਹਾਇਤਾ ਕਰਦੇ ਹਨ। ਠੀਕ ਹੈ, ਮਨੁੱਖ ਦੇ ਵਿੱਚ ਜਿਹੜੇ ਹੈਗੇ ਆ ਫੇਫੜੇ ਹੁੰਦੇ ਆ। ਤਾਂ ਇਹ ਹੈਗਾ ਤੁਹਾਡਾ ਰਾਈਟ ਅਤੇ ਲੈਫਟ ਫੇਫੜਾ। ਠੀਕ, ਅਤੇ ਅਸੀਂ ਸਭ ਨੂੰ ਪਤਾ ਹੈ ਕਿ ਅਸੀਂ ਨੱਕ ਰਾਹੀਂ ਸਾਹ ਲੈਂਦੇ ਹੈਗੇ ਆ। ਤਾਂ ਇਹਨੂੰ ਜੋ ਨੱਕ ਰਾਹੀਂ ਸਾਹ ਲੈ ਰਹੇ ਆ, ਨੋਸਟ੍ਰੀਲਸ, ਤਾਂ ਇਹ ਨੇਜ਼ਲ ਪੈਸੇਜ ਹੋ ਗਿਆ। ਇੱਥੋਂ ਦੀ ਆਕਸੀਜਨ ਤੁਹਾਡੀ ਕੀ ਕਰੇਗੀ? ਐਂਟਰ ਕਰੇਗੀ ਥਰੂ ਦੀ ਨੋਸਟ੍ਰੀਲਸ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਕਿ ਮਾਊਥ ਕੈਵਿਟੀ, ਮੂੰਹ ਵਾਲੀ ਜੋ ਖੋੜ ਹੈ ਅਤੇ ਨੇਜ਼ਲ ਖੋੜ ਹੈਗੀ ਹੈ, ਨੇਜ਼ਲ ਪੈਸੇਜ ਅਤੇ ਕੈਵਿਟੀ ਹੈ, ਉਹ ਦੋਨੋਂ ਜਾ ਕੇ ਇੱਕ ਕਾਮਨ ਜਗ੍ਹਾ 'ਤੇ ਖੁੱਲ੍ਹਦੀਆਂ, ਜਿਹਨੂੰ ਅਸੀਂ ਕੀ ਕਹਿੰਦੇ ਹਾਂ? ਫੇਰੈਂਕਸ ਕਹਿੰਦੇ ਹਾਂ। ਫੇਰੈਂਕਸ ਇੱਕ ਕਾਮਨ ਪੈਸੇਜ ਹੈ ਜਿੱਥੇ ਨੇਜ਼ਲ ਸਾਹ ਵਾਲੀ, ਨੋਸਟ੍ਰੀਲਸ ਅਤੇ ਮਾਊਥ ਕੈਵਿਟੀ ਦੋਨੋਂ ਇਕੱਠੇ ਖੁੱਲ੍ਹਦੀਆਂ ਹਨ। ਠੀਕ ਹੈ, ਤਾਂ ਉਹਨੂੰ ਕੀ ਕਹਿੰਦੇ ਹਾਂ? ਅਸੀਂ ਫੇਰੈਂਕਸ ਬੋਲਾਂਗੇ। ਉਸ ਤੋਂ ਬਾਅਦ ਆ ਜਾਂਦੀ ਹੈ ਤੁਹਾਡੀ ਲੇਰੈਂਕਸ। ਲੇਰੈਂਕਸ ਇੱਕ ਇੱਦਾਂ ਦੀ ਪਾਈਪ ਹੈਗੀ ਹੈ ਜਿਹੜੀ ਫੇਰੈਂਕਸ ਅਤੇ ਟਰੇਕੀਆ ਨੂੰ ਆਪਸ 'ਚ ਜੋੜਦੀ ਹੈ। ਠੀਕ ਹੈ, ਆਕਸੀਜਨ ਨੂੰ ਟਰੇਕੀਆ ਤੱਕ ਪਹੁੰਚਾਉਣ 'ਚ ਹੈਲਪ ਕਰਦੀ ਹੈ। ਲੇਰੈਂਕਸ ਦੀ ਹੈਲਪ ਦੇ ਨਾਲ ਹੀ ਅਸੀਂ ਕੀ ਹੈ, ਸਾਡੀ ਵੋਇਸ ਵੀ ਹੁੰਦੀ ਹੈਗੀ ਹੈ, ਕਿਉਂਕਿ ਲੇਰੈਂਕਸ ਦੇ ਵਿੱਚ ਕੀ ਹੁੰਦੇ ਆ, ਇੱਦਾਂ ਵੋਕਲ ਕੋਰਡਸ ਲੱਗੇ ਹੁੰਦੇ ਆ। ਜਦੋਂ ਇਹ ਵਾਈਬਰੇਟ ਕਰਦੇ ਆ ਤਾਂ ਸਾਡੀ ਸਾਊਂਡ ਪ੍ਰੋਡਿਊਸ ਹੁੰਦੀ ਹੈ, ਅਸੀਂ ਬੋਲ ਸਕਦੇ ਹੈਗੇ ਹਾਂ। ਦੁਬਾਰਾ ਤੋਂ ਦੇਖੋ, ਜੋ ਫੇਰੈਂਕਸ ਹੈ ਉਹ ਇੱਕ ਕਾਮਨ ਪੈਸੇਜ ਹੈਗਾ। ਠੀਕ ਹੈ, ਜਿਹਦੇ ਵਿੱਚ ਨੇਜ਼ਲ ਪੈਸੇਜ ਅਤੇ ਮਾਊਥ ਕੈਵਿਟੀ ਇਕੱਠੇ ਖੁੱਲ੍ਹਦੇ ਹਨ। ਮੀਨਸ ਮੂੰਹ ਦੀ ਖੋੜ ਅਤੇ ਨੱਕ ਦੀ ਖੋੜ ਜਿੱਥੇ ਖੁੱਲ੍ਹਦੇ ਹਨ ਉਹਨੂੰ ਕੀ ਕਹਿੰਦੇ ਹਾਂ? ਅਸੀਂ ਫੇਰੈਂਕਸ ਕਹਿੰਦੇ ਹਾਂ। ਫੇਰੈਂਕਸ ਤੋਂ ਬਾਅਦ ਠੀਕ ਹੈ, ਜਿੱਧਰ ਇਕੱਲੀ ਆਕਸੀਜਨ ਜਾਏਗੀ, ਇਕੱਲੀ ਸਾਹ ਜਾਏਗਾ, ਉਹ ਲੇਰੈਂਕਸ ਦੇ ਰਾਹੀਂ ਟਰੇਕੀਆ 'ਚ ਜਾਏਗਾ। ਅੱਗੇ ਟਰੇਕੀਆ ਤੁਹਾਡੀ ਕਿਸ 'ਚ ਡਿਵਾਈਡ ਹੈਗੀ? ਅੱਗੇ ਆ ਟਰੇਕੀਆ ਹੋ ਗਈ, ਇਹ ਅੱਗੇ ਕੀ ਹੈ? ਬ੍ਰੌਂਕਾਈ 'ਚ, ਬ੍ਰੌਂਕਾਈ ਦੇ ਵਿੱਚ ਡਿਵਾਈਡਡ ਹੈ। ਇੱਕ ਇੱਧਰਲੇ ਲੰਗਸ 'ਚ, ਲੈਫਟ ਅਤੇ ਰਾਈਟ 'ਚ ਚਲੀ ਜਾਂਦੀ ਹੈ। ਫਰਦਰ ਤੁਹਾਡਾ ਜਿਹੜਾ ਹੈਗਾ ਬ੍ਰੌਂਕਾਈ ਕਿਸ 'ਚ ਆ ਟਰੇਕੀਆ ਹੋ ਗਈ। ਟਰੇਕੀਆ ਕਿਸ 'ਚ ਡਿਵਾਈਡਡ ਹੈਗੀ ਹੈ? ਬ੍ਰੌਂਕਾਈ 'ਚ। ਬ੍ਰੌਂਕਾਈ ਅੱਗੇ ਲੰਗਸ 'ਚ ਜਾ ਕੇ ਖੁੱਲ੍ਹਣਗੇ। ਕਸ਼ ਬ੍ਰੌਂਕੀਓਲਸ 'ਚ ਡਿਵਾਈਡਡ ਹੈਗੇ ਆ। ਠੀਕ ਹੈ, ਇੱਦਾਂ ਕਰਕੇ ਇਹਨਾਂ ਦੀ ਬਾਈਫਰਕੇਸ਼ਨ, ਟਰਾਈਫਰਕੇਸ਼ਨ ਅੱਗੇ। ਠੀਕ ਹੈ, ਫਿਰ ਇਹਦੇ ਵਿੱਚ ਕੀ ਹੈ? ਐਲਵੇਓਲਾਈ, ਇਹ ਅੱਗੇ ਪਾਰਟੀਸ਼ਨ ਕਰਕੇ ਇੱਦਾਂ ਐਲਵੇਓਲਾਈ ਇਹਨਾਂ ਤੋਂ ਬਣ ਜਾਂਦੇ ਆ। ਆਈ ਵਿਲ ਮੇਕ ਅਗੇਨ ਕਿ ਸਾਡੀ ਜਿਹੜੀ ਨੋਸਟ੍ਰੀਲਸ ਹੈਗੀ ਹੈ ਉਹ ਫੇਰੈਂਕਸ 'ਚ ਖੁੱਲ੍ਹੇਗੀ। ਫੇਰੈਂਕਸ ਤੋਂ ਟਰੇਕੀਆ ਤੱਕ ਜਾਣ ਲਈ, ਇਕੱਲੀ ਆਕਸੀਜਨ ਦੇ ਜਾਣ ਲਈ ਲੇਰੈਂਕਸ ਦੇ ਰਾਹੀਂ ਟਰੇਕੀਆ 'ਚ ਜਾਏਗੀ। ਟਰੇਕੀਆ ਅੱਗੇ ਬ੍ਰੌਂਕਾਈ, ਟਰੇਕੀਆ ਅੱਗੇ ਬ੍ਰੌਂਕਾਈ 'ਚ ਡਿਵਾਈਡਡ ਹੈਗੀ ਹੈ। ਬ੍ਰੌਂਕਾਈ ਅੱਗੇ ਬ੍ਰੌਂਕੀਓਲ 'ਚ ਠੀਕ ਹੈ ਡਿਵਾਈਡ ਹੈਗੀ ਹੈ। ਫਿਰ ਇਹਦੀਆਂ ਫਰਦਰ ਬ੍ਰਾਂਚਿਸ ਹੋ ਜਾਂਦੀਆਂ। ਠੀਕ ਹੈ, ਜਿਨ੍ਹਾਂ ਦੇ ਨਾਲ ਐਲਵੇਓਲਾਈ ਇੱਦਾਂ ਬੈਲੂਨ ਲਾਈਕ ਸਟਰਕਚਰਸ ਲੱਗੀਆਂ ਹੁੰਦੀਆਂ। ਇਹਨਾਂ ਨੂੰ ਅਸੀਂ ਕੀ ਕਹਿੰਦੇ ਹੈਗੇ ਆ? ਐਲਵੇਓਲਾਈ। ਠੀਕ ਹੈ, ਇੱਦਾਂ ਸਾਡੀ ਆਕਸੀਜਨ ਨੱਕ ਤੋਂ ਦੁਬਾਰਾ ਸਾਰਾ ਪੈਸੇਜ ਕਰ ਲਓ। ਨੇਜ਼ਲ ਕੈਵਿਟੀ ਤੋਂ, ਨੇਜ਼ਲ ਕੈਵਿਟੀ ਤੋਂ ਕਿੱਥੇ ਜਾਏਗੀ? ਫੇਰੈਂਕਸ 'ਚ, ਫੇਰੈਂਕਸ 'ਚ, ਫੇਰੈਂਕਸ ਤੋਂ ਲੇਰੈਂਕਸ ਦੇ ਰਾਹੀਂ ਹੁੰਦੀ ਹੋਈ ਟਰੇਕੀਆ, ਟਰੇਕੀਆ, ਟਰੇਕੀਆ ਤੋਂ ਬ੍ਰੌਂਕਾਈ,
ਬ੍ਰੋਂਕਾਈ, ਬ੍ਰੋਂਕਾਈ ਤੋਂ ਬਾਅਦ ਬ੍ਰੋਂਕਾਈ ਤੋਂ ਬ੍ਰੋਂਕਾਈ ਤੋਂ ਬ੍ਰੋਂਕੀਓਲਸ, ਬ੍ਰੋਂਕੀਓਲਸ ਤੇ ਐਲਵੇਓਲਾਈ 'ਚ ਖੁੱਲ੍ਹੇਗੀ। ਐਲਵੇਓਲਾਈ ਕੀ ਹੈ? ਸੈਕ ਲਾਈਕ ਸਟਰਕਚਰ ਹੈਗੀ ਹੈ, ਬਲੂਨ ਲਾਈਕ ਸਟਰਕਚਰਸ ਹੈ, ਜਿਨ੍ਹਾਂ ਦੇ ਕਰਕੇ ਇਹਨਾਂ ਦਾ ਸਰਫੇਸ ਏਰੀਆ ਹੁੰਦਾ ਹੈ। ਜਿੰਨੀਆਂ ਵੱਧ ਐਲਵੇਓਲਾਈਜ਼ ਹੋਣਗੀਆਂ ਉਨਾ ਜ਼ਿਆਦਾ ਲੰਗਸ ਦੀ ਐਫੀਸ਼ੀਐਂਸੀ ਜ਼ਿਆਦਾ ਹੋਏਗੀ। ਠੀਕ ਹੈ, ਦੁਬਾਰਾ ਰੀਡ ਕਰੋ। ਨੇਜ਼ਲ ਕੈਵਿਟੀ ਤੋਂ ਆਕਸੀਜਨ ਕਿੱਧਰ ਜਾ ਰਹੀ ਹੈਗੀ ਹੈ? ਸਾਡੀ ਟਰੇਕੀਆ ਦੇ ਵਿੱਚ, ਟਰੇਕੀਆ ਤੋਂ। ਠੀਕ ਹੈ, ਟਰੇਕੀਆ ਤੋਂ ਕਿੱਥੇ ਜਾਏਗੀ? ਨੇਜ਼ਲ ਕੈਵਿਟੀ ਤੋਂ ਫੇਰੈਂਕਸ 'ਚ, ਫੇਰੈਂਕਸ ਤੋਂ ਲੀਰੈਂਕਸ ਦੇ ਰਾਹੀਂ ਹੁੰਦੀ ਹੋਈ ਟਰੇਕੀਆ ਬ੍ਰੋਂਕਾਈ, ਬ੍ਰੋਂਕੀਓਲਸ, ਐਲਵੇਓਲਾਈ ਦੇ ਵਿੱਚ ਓਪਨ ਹੋਏਗੀ। ਤਾਂ ਇਹ ਕੀ ਹੈ? ਸਾਡੀ ਅੰਦਰੂਨੀ ਸਾਹ ਕਿਰਿਆ ਹੈਗੀ ਹੈ। ਔਰ ਜਿਹੜਾ ਇਹਦੇ ਨੀਚੇ ਇੱਦਾਂ ਟਰਾਂਸਪੇਰੈਂਟ ਸ਼ੀਟ ਲੱਗੀ ਹੁੰਦੀ ਹੈ, ਇਸ ਨੂੰ ਡਾਇਆਫਰੈਗਮ ਕਹਿੰਦੇ ਹੈਗੇ ਆ। ਜਿਹੜੇ ਲੰਗਸ ਆ ਉਹਨਾਂ ਨੂੰ ਰਿਬਸ, ਰਿਬਸ ਦਿਖਾਏ ਹੋਏ ਆ। ਠੀਕ ਹੈ, ਰਿਬਸ ਦਿਖਾਏ ਹੋਏ ਆ। ਤਾਂ ਇਹ ਕੀ ਹੈ? ਲੰਗਸ ਨੂੰ ਕੀ ਕਰਦੇ ਆ? ਪ੍ਰੋਟੈਕਟ ਕਰਦੇ ਹੈਗੇ ਆ। ਤੁਹਾਡਾ ਇਹ ਸੀਗਾ ਆਕਸੀਜਨ ਦਾ ਪੈਸੇਜ। ਤਾਂ ਗਲੂਕੋਜ਼ ਦਾ ਸੈੱਲਾਂ ਦੇ ਮਾਈਟੋਕੌਂਡਰੀਆ ਦੇ ਵਿੱਚ ਬਰਨ ਕਰਨਾ, ਆਕਸੀਜਨ ਨਾਲ ਆਕਸੀਕਰਨ ਕਰਨਾ, ਆਕਸੀਡੇਸ਼ਨ ਕਹਿੰਦੇ ਆ। ਇਸ ਕਿਰਿਆ ਨੂੰ ਕਾਰਬਨ ਡਾਈਆਕਸਾਈਡ, ਵਾਟਰ ਅਤੇ ਊਰਜਾ ਪ੍ਰੋਡਿਊਸ ਹੁੰਦੀ ਹੈ। ਤਾਂ ਅੱਜ ਦੇ ਟੌਪਿਕ 'ਚ ਸਿਰਫ ਤੁਹਾਡਾ ਕੀ ਹੈ? ਬਾਹਰੀ ਸਾਹ ਕਿਰਿਆ, ਬਾਹਰੀ ਸਾਹ ਕਿਰਿਆ ਐਕਸਟਰਨਲ ਰੈਸਪੀਰੇਸ਼ਨ ਹੈ, ਐਕਸਟਰਨਲ ਰੈਸਪੀਰੇਸ਼ਨ ਹੈ, ਜਿਸ 'ਚ ਤੁਹਾਨੂੰ ਹਿਊਮਨ ਰੈਸਪੀਰੇਟਰੀ ਔਰਗਨਸ ਦੇ ਬਾਰੇ ਕਰਾਇਆ ਗਿਆ। ਸਾਡੇ ਜਿਹੜੇ ਰੈਸਪੀਰੇਟਰੀ ਔਰਗਨਸ ਹੈਗੇ ਆ ਉਹ ਕੀ ਹੈ? ਲੰਗਸ, 1 ਪੇਅਰ ਲੰਗਸ ਦਾ ਹੈਗਾ, ਇੱਕ ਲੈਫਟ ਅਤੇ ਇੱਕ ਰਾਈਟ। ਇਹਨਾਂ ਦੇ ਨੀਚੇ ਜਿਹੜੀ ਮੈਂਬਰੇਨ ਹੈ ਉਹਨੂੰ ਕੀ ਕਹਾਂਗੇ ਅਸੀਂ? ਡਾਇਆਫਰੈਗਮ। ਅਤੇ ਇਹ ਸਾਈਡ 'ਤੇ ਕਾਹਦੇ ਨਾਲ ਪ੍ਰੋਟੈਕਟਡ ਹੈਗੇ ਹੈ? ਰਿਬਸ ਦੇ ਨਾਲ। ਔਰ ਥੋਰੈਕਿਕ ਕੈਵਿਟੀ ਦੇ ਵਿੱਚ ਹੈਗੇ ਆ ਸਾਡਾ ਉੱਪਰਲਾ ਇੰਨਾ ਪੋਰਸ਼ਨ, ਇਹਨੂੰ ਕੀ ਕਹਿੰਦੇ ਹੈਗੇ ਆ? ਠੀਕ ਹੈ, ਥੋਰੈਕਿਕ, ਥੋਰੈਕਿਕ ਕੈਵਿਟੀ ਬੋਲਦੇ ਹੈਗੇ ਆ। ਇਹਦੇ ਵਿੱਚ ਲਾਈ ਕਰਦੇ ਆ। ਠੀਕ, ਆਕਸੀਜਨ ਜਾਏਗੀ। ਹੋਰ ਥੋੜ੍ਹੀਆਂ ਇਹਦਾ ਨੱਕ ਦੇ ਵਿੱਚ ਕੀ ਹੁੰਦੇ ਆ? ਬਾਲ ਹੁੰਦੇ ਆ। ਔਰ ਮਿਊਕਸ ਹੁੰਦੀ ਹੈ ਜਿਹੜੀ ਕਿ ਡਸਟ ਇੱਦਾਂ ਦੇ ਪਾਰਟੀਕਲਸ ਨੂੰ ਅੰਦਰ ਜਾਣ ਤੋਂ ਰੋਕਦੀ ਹੈਗੀ ਹੈ। ਔਰ ਟਰੇਕੀਆ ਇੱਕ ਪਾਈਪ ਹੈ, ਫਲੈਕਸੀਬਲ, ਇਲਾਸਟੀਕਲ। ਤਾਂ ਇਹਦੇ ਸਾਈਡ ਐਵੇਂ ਠੀਕ ਹੈ, ਇਟ ਇਜ਼ ਕਵਰਡ ਵਿਦ ਦੀ, ਇੱਦਾਂ ਤੁਸੀਂ ਬਣਾ ਸਕਦੇ ਹੋ, ਕਾਰਟੀਲੇਜਨਸ ਰਿੰਗਸ ਦੇ ਨਾਲ ਸਰਾਊਂਡ ਹੈਗੀ ਹੈ। ਠੀਕ ਹੈ, ਟਰੇਕੀਆ ਦੇ ਉੱਤੇ ਜਿਹੜੇ ਹੈਗੇ ਆ ਇੱਦਾਂ ਕਾਰਟੀਲੇਜਨਸ ਰਿੰਗਸ ਹੁੰਦੇ ਆ ਜਿਹੜੇ ਕਿ ਇਹਨੂੰ ਪ੍ਰੋਟੈਕਟ ਕਰਕੇ ਰੱਖਦੇ ਆ, ਫਲੈਕਸੀਬਲ ਬਣਾਉਂਦੇ ਹੈਗੇ ਆ। ਅਤੇ ਲੰਗਸ ਨੂੰ ਕੌਣ ਪ੍ਰੋਟੈਕਟ ਕਰਦਾ? ਰਿਬਸ ਕਰਦੇ ਆ। ਇੱਕ ਲੰਗਸ ਆ ਹੋ ਗਿਆ, ਇੱਕ ਇਹ। ਠੀਕ ਹੈ, ਇਹਦੇ ਨੀਚੇ ਜਿਹੜੀ ਹੈਗੀ ਆ ਟਰਾਂਸਪੇਰੈਂਟ ਸ਼ੀਟ ਹੁੰਦੀ ਹੈ ਜਿਸ ਨੂੰ ਅਸੀਂ ਡਾਇਆਫਰੈਗਮ ਕਹਿੰਦੇ ਹਾਂ। ਦੁਬਾਰਾ ਆਈ ਵਿਲ ਰਾਈਟ ਦੀ ਫਲੋ ਸ਼ੀਟ। ਅਤੇ ਤੁਹਾਡਾ ਕੀ ਹੈ? ਨੇਜ਼ਲ ਕੈਵਿਟੀ ਤੋਂ ਕਿੱਥੇ ਜਾਏਗੀ? ਫੇਰੈਂਕਸ 'ਚ, ਫੇਰੈਂਕਸ ਤੋਂ ਲੇਰੈਂਕਸ 'ਚ, ਲੇਰੈਂਕਸ ਤੋਂ ਟਰੇਕੀਆ, ਏਅਰ ਦੀ ਗੱਲ ਕਰ ਰਹੇ ਹਾਂ। ਟਰੇਕੀਆ ਤੋਂ ਬ੍ਰੋਂਕਾਈ, ਬ੍ਰੋਂਕਾਈ, ਬ੍ਰੋਂਕਾਈ ਤੋਂ ਬ੍ਰੋਂਕੀਓਲ, ਬ੍ਰੋਂਕੀਓਲਸ। ਠੀਕ ਹੈ, ਇਸ ਤੋਂ ਐਲਵੇਓਲਾਈ, ਐਲਵੇਓਲਾਈ ਕੀ ਹੈ? ਸੈਕ ਲਾਈਕ ਸਟਰਕਚਰਸ ਹੈ ਸ਼ੋਨ ਇਨ ਦੀ ਫਿਗਰ। ਠੀਕ ਹੈ, ਤਾਂ ਇਹਦੇ ਸਾਈਡਾਂ 'ਤੇ ਬਲੱਡ ਵੈਸਲਸ ਹੁੰਦੀਆਂ, ਆਰਟਰੀਜ਼ ਇੱਥੋਂ ਅਬਜ਼ੋਰਪਸ਼ਨ ਹੋ ਜਾਏਗੀ ਆਕਸੀਜਨ ਦੀ ਇਨ ਦੀ ਆਰਟਰੀਜ਼। ਅਤੇ ਕਾਰਬਨ ਡਾਈਆਕਸਾਈਡ ਕੀ ਹੈ? ਐਲਵੇਓਲਾਈ ਤੋਂ ਕਿਵੇਂ ਵਾਪਸ ਆਏਗੀ? ਕਾਰਬਨ ਡਾਈਆਕਸਾਈਡ ਐਲਵੇਓਲਾਈ ਤੋਂ ਕਿੱਥੇ ਆਈ? ਬ੍ਰੋਂਕੀਓਲਸ 'ਚ। ਠੀਕ ਹੈ, ਫਿਰ ਬ੍ਰੋਂਕਾਈ 'ਚ, ਬ੍ਰੋਂਕਾਈ ਤੋਂ ਟਰੇਕੀਆ, ਟਰੇਕੀਆ ਤੋਂ ਲੇਰੈਂਕਸ, ਲੇਰੈਂਕਸ ਤੋਂ ਫੇਰੈਂਕਸ ਅਤੇ ਨੇਜ਼ਲ ਕੈਵਿਟੀ, ਨੇਜ਼ਲਸ ਰਾਹੀਂ ਕੀ ਆ? ਬਾਹਰ ਨਿਕਲ ਜਾਏਗੀ। ਤਾਂ ਇਹ ਸੀਗਾ ਸਾਡਾ ਹਿਊਮਨ ਰੈਸਪੀਰੇਟਰੀ ਸਿਸਟਮ। ਬਾਰ ਰਿਵੀਜ਼ਨ ਮੇਕਸ ਯੂ ਪਰਫੈਕਟ। ਦਿਸ ਇਜ਼ ਓਨਲੀ ਦੀ ਐਕਸਟਰਨਲ ਰੈਸਪੀਰੇਸ਼ਨ. In the next topic we will do the internal respiration that takes place in the cells
ਇਨ ਦੀ ਸੈੱਲ ਮਾਈਟੋਕੌਂਡਰੀਆ ਆਰ ਦੇਅਰ। ਮਾਈਟੋਕੌਂਡਰੀਆ ਦੇ ਵਿੱਚ ਜਾ ਕੇ ਤੁਹਾਡੀ ਗਲੂਕੋਜ਼ ਜਿਹੜੀ ਹੈਗੀ ਆ ਆਕਸੀਜਨ ਨਾਲ ਕਿਰਿਆ ਕਰਕੇ ਐਕਚੁਅਲ 'ਚ ਰੈਸਪੀਰੇਸ਼ਨ ਉੱਥੇ ਹੁੰਦੀ ਹੈ, ਇੰਟਰਨਲ ਰੈਸਪੀਰੇਸ਼ਨ ਕਹਿੰਦੇ ਹੈਗੇ ਆ, ਠੀਕ ਹੈ। ਤਾਂ ਇੰਟਰਨਲ ਰੈਸਪੀਰੇਸ਼ਨ ਹੋਏਗੀ, ਕਾਰਬਨ ਡਾਈਆਕਸਾਈਡ ਵਾਟਰ ਅਤੇ ਐਨਰਜੀ ਪ੍ਰੋਡਿਊਸ ਹੋਏਗੀ। ਦੈਟ ਵੀ ਡੂ ਇਨ ਦੀ ਨੈਕਸਟ ਟੋਪਿਕ। ਓਕੇ, ਥੈਂਕ ਯੂ ਫॉर ਵਾचिंग।